ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਖਿਲਾਫ ਕੇਂਦਰ ਦਾ ਇੱਕ ਹੋਰ ਵੱਡਾ ਫੈਸਲਾ। ਇਸ ਦੇ ਨਾਲ ਹੀ 2 ਦਿਨਾਂ ਆਲ ਇੰਡੀਆ ਹੜਤਾਲ ਅਤੇ ਪੰਚਾਇਤ ਮੰਤਰੀ ਦੇ ਵੱਡੇ ਐਲਾਨ ਬਾਰੇ। ਪਰ ਸ਼ੁਰੂਆਤ ਅਸੀਂ ਕਰਾਂਗੇ ਜਿਹੜਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖਿਲਾਫ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ ਤੁਸੀਂ। ਹਮੀਰ ਜੀ, ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਲੱਗੀ ਹੋਈ ਹੈ। ਗੱਲ ਕਰੀਏ ਕੁਝ ਦਿਨ ਪਹਿਲਾਂ ਹੀ ਬੀਬੀਐਮਬੀ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਦੀ ਜਿਹੜੀ ਪ੍ਰਤੀਨਿਧਤਾ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਜਿਹੜਾ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਹੁੰਦਾ ਸੀ ਉਸ ਦੀ ਥਾਂ ਤੇ ਸੈਂਟਰਲ ਸਿਵਲ ਸਰਵਿਸ ਰੂਲ ਜਿਹੜਾ ਹੈਗਾ ਉਸ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਅਸੀਂ ਜਾਣਨਾ ਚਾਹਾਂਗੇ ਕਿ ਕੇਂਦਰ ਸਰਕਾਰ ਦੇ ਇਸ ਰਵੱਈਏ ਨੂੰ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਇਸ ਐਲਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ 'ਚ ਇਹ ਇੱਕ ਤਰਫਾ ਐਲਾਨ ਹੈ ਕੇਂਦਰ ਸਰਕਾਰ ਨੇ ਆ ਕੇ ਕਰਤਾ ਕਿ ਅੱਗੇ ਤੋਂ ਸਾਰੇ ਡਿਊਟੀ ਦੇ ਮੁਲਾਜ਼ਮਾਂ 'ਤੇ, ਕਿਉਂਕਿ ਇਹਨੇ ਉਹ ਗੱਲ ਖਤਮ ਕਰਤੀ ਅਸਲ ਦੇ ਵਿੱਚ ਜਿਹੜਾ ਕਲੇਮ ਹੈ, ਇੱਕ ਦਾਅਵਾ ਹੈ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ। ਦਾਅਵੇ ਦਾ ਮਤਲਬ ਇਹ ਹੈ ਕਿ ਇਹ ਆਰਜੀ ਤੌਰ 'ਤੇ ਕੇਂਦਰ ਸਰਕਾਰ ਦੇ ਕੰਟਰੋਲ 'ਚ ਹੈ ਯੂਨੀਅਨ ਟੈਰੀਟਰੀ ਵਜੋਂ, ਕਿਉਂਕਿ ਇਹਦਾ ਅਜੇ ਫੈਸਲਾ ਨਹੀਂ ਹੋਇਆ। ਫੈਸਲਾ ਕਿਉਂਕਿ ਹਰਿਆਣਾ ਉਹਦੇ 'ਚੋਂ ਵੱਖ ਹੋ ਗਿਆ ਕਿ ਹਰਿਆਣੇ ਨੂੰ ਦੀ ਰਾਜਧਾਨੀ ਕਦ ਬਣੇ ਕੀ ਨਾ ਬਣੇ। ਇਹਦੇ 'ਚ ਬੜੀ ਵਾਰ ਇਹ ਚੱਲਦਾ ਰਿਹਾ। ਹਰਿਆਣੇ ਨੇ ਤਾਂ ਆਪਦੀ ਵਿਧਾਨ ਸਭਾ 'ਚ ਵੀ ਮਤਾ ਪਾਸ ਕੀਤਾ ਹੈ ਬੜੀ ਵਾਰ ਵੀ ਹਾਈ ਕੋਰਟ ਸਾਡੀ ਅਲੱਗ ਹੋਣੀ ਚਾਹੀਦੀ ਹੈ, ਔਰ ਉਹਦੇ 'ਚ ਇਹ ਵੀ ਸੀ ਵੀ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ, ਹਰਿਆਣੇ ਨੂੰ ਰਾਜਧਾਨੀ ਲਈ ਪੈਸੇ ਦੇ ਦਿਓ। ਇਹ ਵੀ ਕਈ ਵਾਰ ਗੱਲਾਂ ਚੱਲੀਆਂ ਔਰ ਇਹ ਨੇੜੇ ਵੀ ਲੱਗਦੀਆਂ ਰਹੀਆਂ ਸਮਝੌਤਿਆਂ ਦੇ ਤੌਰ ਦੇ ਉੱਤੇ। ਜਦੋਂ ਪੰਜਾਬ ਪੁਨਰਗਠਨ ਐਕਟ 1966 ਬਣਿਆ ਉਹਦੇ ਵਿੱਚ ਹੀ ਕਈ ਇਨਬਿਲਟ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਟਕਰਾਅ ਪੈਦਾ ਕਰਦੀਆਂ ਨੇ, ਜਿਹੜੀਆਂ ਸੰਵਿਧਾਨ ਦੇ ਮੁਤਾਬਕ ਵੀ ਨਹੀਂ ਮੰਨੀਆਂ ਗਈਆਂ। ਪਰ ਫਿਰ ਵੀ ਜੋ ਵੀ ਜਿਸ ਸਲੀਕੇ ਨਾਲ ਵੀ ਉਹ ਵੰਡਿਆ ਗਿਆ, ਜਦੋਂ ਇਹ ਵੰਡ ਹੋਈ ਹੈ ਉਦੋਂ ਇਹ ਸੀ ਕਿ 60% ਮੁਲਾਜ਼ਮ ਜਿਹੜੇ ਨੇ ਉਹ ਪੰਜਾਬ ਦੇ ਹੋਣਗੇ, ਕਿਉਂਕਿ ਇਹਦੇ 'ਤੇ ਹਿੱਸਾ ਇਹਦੇ 'ਤੇ ਕਲੇਮ 60% ਉਹ ਸੀ, ਅਤੇ 40% ਹਰਿਆਣੇ ਤੋਂ ਹੋਣਗੇ। ਉਹ ਡੈਪੂਟੇਸ਼ਨ 'ਤੇ ਜਾਣਗੇ ਅਤੇ ਡੈਪੂਟੇਸ਼ਨ ਚੱਲਦਾ ਰਹੂ ਜਿੰਨਾ ਚਿਰ ਇਹਦਾ ਫੈਸਲਾ ਨਹੀਂ ਹੋ ਜਾਂਦਾ। ਗੱਲ ਇਹਦੇ ਫੈਸਲੇ ਤੱਕ ਹੀ ਸੀ, ਪਰ ਉਹ ਫੈਸਲਾ ਹੁਣ ਇੰਨਾ ਲੰਮਾ ਲਮਕ ਗਿਆ ਅਤੇ ਹੁਣ ਹੌਲੀ ਹੌਲੀ ਕੇਂਦਰ ਨੇ ਕਰਦੇ ਕਰਦੇ ਪਹਿਲਾਂ ਡੈਪੂਟੇਸ਼ਨ 'ਤੇ ਮੁਲਾਜ਼ਮ ਕੁਝ ਆਉਂਦੇ ਰਹੇ, ਫਿਰ ਇਹ ਆਪਣੀਆਂ ਭਰਤੀਆਂ ਵਿੱਚੇ ਸਟਾਰਟ ਕਰਤੀਆਂ ਕੇਂਦਰ ਨੇ, ਪੁਲਿਸ 'ਚ ਆਪਦੀ ਭਰਤੀ, ਬਾਕੀ ਜਗ੍ਹਾ ਭਰਤੀ, ਬਾਕੀ ਜਗ੍ਹਾ। ਇਸੇ ਕਰਕੇ ਤਾਂ ਵੰਡਿਆ ਹੋਇਆ ਸੀ ਪਹਿਲਾਂ ਕਿ ਐਸਐਸਪੀ ਹਮੇਸ਼ਾ ਹੀ ਪੰਜਾਬ ਤੋਂ ਆਉਂਦਾ ਸੀ, ਡੀਸੀ ਹਮੇਸ਼ਾ ਹੀ ਹਰਿਆਣੇ ਕੇਡਰ ਤੋਂ ਆਉਂਦਾ ਸੀ। ਫਿਰ ਪ੍ਰਮੋਸ਼ਨ ਇਹਦੇ ਹੋ ਗਈ ਜੀ, ਆਈਜੀ ਹੋਏਗਾ, ਇੱਕ ਡੀਜੀਪੀ ਹੋਏਗਾ, ਉਹ ਯੂਟੀ ਕੇਡਰ ਤੋਂ ਹੋਏਗਾ। ਅਤੇ ਉਹ ਅੱਜ ਤਾਂ ਇੱਕ ਅੰਤਮ ਫੈਸਲਾ ਹੈ। ਇੱਦੋਂ ਪਹਿਲਾਂ ਫੈਸਲੇ ਹੌਲੀ 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 ਹੁੰਦੇ ਰਹੇ ਜਿਹੜੇ ਯੂਟੀ ਕੇਡਰ ਦੇ ਵਿੱਚ ਆਉਂਦੇ ਰਹੀਆਂ ਚੀਜ਼ਾਂ। ਕਿਤੇ ਨਾ ਕਿਤੇ ਮੈਨੂੰ ਲੱਗਦਾ ਇਸ ਕਸੂਰ ਸਾਡੀਆਂ ਪੁਰਾਣੀਆਂ ਪਾਰਟੀਆਂ ਦਾ ਵੀ ਹੈ, ਸਾਡੀਆਂ ਸਟੇਟ ਗੌਰਮੈਂਟਾਂ ਦਾ ਵੀ ਹੈ, ਜਿਹੜਾ ਜਦੋਂ ਪਹਿਲਾਂ ਹੀ ਉਹਦੇ 'ਚ ਉਹਦੇ ਹੱਕਾਂ ਨੂੰ ਸੱਟ ਵੱਜਦੀ ਰਹੀ ਉਦੋਂ ਲੜਾਈ ਨਹੀਂ ਲੜੀ, ਉਦੋਂ ਹੀ ਪ੍ਰੋਪਰ ਆਪਣੇ ਮੁਲਾਜ਼ਮ ਭੇਜਦੀਆਂ ਰਹਿੰਦੀਆਂ ਆਪਣੇ ਤਰੀਕੇ ਨਾਲ ਉਸ ਲੈਵਲ 'ਤੇ, ਸ਼ਾਇਦ ਇਹ ਉੱਥੇ ਤੱਕ ਨਾ ਜਾਂਦੀ ਗੱਲ। ਔਰ ਇਸ ਕਰਕੇ ਕੋਈ ਬਹਾਨਾ ਲਾਉਂਦੇ ਮੁਲਾਜ਼ਮ ਜਾਂਦੇ ਨਹੀਂ, ਕੋਈ ਬਹਾਨਾ ਲਾਉਂਦੇ ਕੁਛ ਹਰੇਕ ਤਾਂ ਆਪਣੇ ਟਾਈਪ ਦੀ ਬਹਾਨੇਬਾਜ਼ੀ ਸੀ। ਬਲਕਿ ਮੈਨੂੰ ਇਹ ਲੱਗਿਆ ਸਗੋਂ ਕਿ ਜਿਹੜੇ ਪਹਿਲਾਂ ਡੈਪੂਟੇਸ਼ਨ 'ਤੇ ਆਏ ਬੰਦੇ ਚੰਡੀਗੜ੍ਹ, ਚਾਹੇ ਉਹ ਕਾਲਜਾਂ ਚਾਹੇ ਜਿੱਥੇ ਮਰਜ਼ੀ, ਉਹ ਮੁੜ ਕੇ ਹੀ ਨਹੀਂ ਗਏ। ਉਹ ਰਿਟਾਇਰ ਹੋ ਕੇ ਗਏ ਨੇ, ਇੱਥੇ ਸਿਫਾਰਸ਼ਬਾਜ਼ੀ ਕਰਦੇ ਰਹੇ, ਕਿਉਂਕਿ ਉਹ ਫਿਰ ਨਵਾਂ ਦੌਰ ਚੱਲਿਆ ਹੀ ਨਹੀਂ, ਇੱਕ ਫਰੈਸ਼ਨੈਸ ਆਈ ਨਹੀਂ ਉਸ ਪੱਧਰ ਦੇ ਉੱਤੇ। ਅਤੇ ਇਹਦੇ 'ਚ ਚੱਲਦੇ ਇੱਕ ਗੱਲ ਇਹ ਕਲੀਅਰ ਹੈ ਕਿ ਬਹੁਤ ਵੱਡੇ ਦੁਖਾਂਤ 'ਚੋਂ ਪੰਜਾਬ ਗੁਜ਼ਰ ਕੇ ਆਇਆ। ਪਹਿਲਾਂ ਜਿਹੜੀ ਤਾਕਤਾਂ ਦਾ ਕੇਂਦਰੀਕਰਨ ਦਾ ਕੁਐਸਚਨ ਕੇਵਲ ਪੰਜਾਬ ਨਹੀਂ, ਇਹ ਤਾਂ ਓਵਰਆਲ ਵੀ ਗੌਰਮੈਂਟ ਆਫ ਇੰਡੀਆ ਕਰ ਰਹੀ ਹੈ। ਸਾਰੇ ਸੂਬਿਆਂ ਦੇ ਮਤਲਬ ਹੱਕਾਂ 'ਤੇ ਛਾਪਾ ਮਾਰ ਰਹੀ ਹੈ। ਸਾਰੇ ਸੂਬਿਆਂ ਦੇ ਹੱਕਾਂ 'ਤੇ ਛਾਪੇ ਦੇ ਬਾਵਜੂਦ ਸੂਬੇ ਘੱਟ ਬੋਲ ਰਹੇ ਨੇ, ਪੰਜਾਬ ਬੋਲ ਜ਼ਿਆਦਾ ਰਿਹਾ। ਕਿਉਂਕਿ ਇਹ ਇੱਕ ਨਾਜ਼ੁਕ ਦੌਰ 'ਚੋਂ ਗੁਜ਼ਰਿਆ। ਇੱਥੇ ਘੱਟ ਗਿਣਤੀ ਬਹੁ ਗਿਣਤੀ ਦੇ ਵਿੱਚ ਹੈ। ਉਹਨੂੰ ਇਹ ਲੱਗਦਾ ਕਿ ਸਾਡਾ ਸੱਤਾ 'ਚ ਕਲੇਮ ਜੇ ਘਟਦਾ ਜਾ ਰਿਹਾ ਤਾਂ ਇਹਦਾ ਮਤਲਬ ਸਾਡੀ ਪਹਿਚਾਣ ਦਾ ਜਿਹੜਾ ਮੁੱਦਾ ਹੈ, ਆਇਡੈਂਟੀਟੀ ਦਾ ਮੁੱਦਾ, ਉਹ ਵੀ ਖੜ੍ਹਾ ਹੁੰਦਾ ਬਾਰ-ਬਾਰ ਉਸ ਸਾਰੇ ਮਾਮਲੇ ਦੇ ਵਿੱਚ। ਇਸੇ ਕਰਕੇ ਉਹ ਜਿਹੜੀ 60-40 ਦੀ ਰੇਸ਼ੋ ਸੀ ਹੁਣ ਕੋਈ ਮਾਨੇ ਨਹੀਂ ਰੱਖਦੀ। ਉਹ ਜਦੋਂ ਡਿਊਟੀ ਦੇ ਲਾ ਤੁਹਾਡੇ 'ਤੇ ਲਾਗੂ ਹੋ ਗਏ, ਉਹ ਮਤਲਬ ਉਹਦੇ ਕੇਂਦਰ ਦੇ ਕਾਨੂੰਨ, ਇੱਦੋਂ ਪਹਿਲਾਂ ਪੰਜਾਬ ਦੇ ਹੀ ਕਾਨੂੰਨ ਇਕੱਲੇ ਮੁਲਾਜ਼ਮਾਂ 'ਤੇ ਨਹੀਂ, ਬਾਕੀ ਵੀ ਚੰਡੀਗੜ੍ਹ ਦੇ ਬਹੁਤ ਹਿੱਸਿਆਂ ਦੇ ਵਿੱਚ, ਚਾਹੇ ਉਹ ਪੰਚਾਇਤੀ ਰਾਜ ਕਾਨੂੰਨ ਸੀ, ਲੋਕਲ ਅਰਬਨ ਬਾਡੀ ਦਾ ਸਕੂਲ ਸੀ, ਬਾਕੀ ਸਾਰੇ ਲਾਅ ਲਗਭਗ ਉਸੇ ਨੂੰ ਰੈਪਲੀਕੇਟ ਕਰਕੇ ਇੱਥੇ ਲਾਗੂ ਹੁੰਦੇ ਸੀ। ਹੁਣ ਇਹ ਰਸਤਾ ਬਣ ਗਿਆ ਕਿ ਹੁਣ ਤੁਹਾਡਾ ਕੁਝ ਨਹੀਂ ਲਾਗੂ ਹੋਏਗਾ, ਹੁਣ ਕੇਂਦਰ ਦਾ ਲਾਗੂ ਹੋਏਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਰੌਲਾ ਪਿਛਲੇ ਸਾਲਾਂ 'ਚ ਇਹ ਪਿਆ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਨੇ ਧਰਨੇ ਵੀ ਲਾਏ ਸੀ ਕਿ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਏ, ਕਿਉਂਕਿ ਵਿੱਤੀ ਕ੍ਰਾਈਸਿਸ ਹੈ ਅਤੇ ਇਸ ਕਰਕੇ ਕੇਂਦਰ ਦੀ ਯੂਨੀਵਰਸਿਟੀ ਦੇ ਕੋਲ ਪੈਸੇ ਹੋਣਗੇ, ਬਾਕੀ ਨੇ। ਉਦੋਂ ਵੀ ਵੱਡਾ ਵਿਰੋਧ ਪੰਜਾਬ ਦੇ ਵੱਲੋਂ ਹੋਇਆ ਅਤੇ ਬਾਕੀ ਦੀਆਂ ਚੀਜ਼ਾਂ ਹੋਈਆਂ ਕਿ ਨਹੀਂ, ਪੰਜਾਬ ਯੂਨੀਵਰਸਿਟੀ
ਵਿਰਾਸਤੀ ਤੌਰ ਤੇ ਪੰਜਾਬ ਦੇ ਨਾਲ ਇੱਕ ਨਾਮ ਵੀ ਜੁੜਿਆ ਹੋਇਆ ਜੀ। ਤੇ ਪੰਜਾਬ ਦਾ ਕਲੇਮ ਵੀ ਉਹਦੇ ਤੇ ਸਾਰੇ ਪੰਜਾਬ ਦੇ ਕਾਲਜ ਉਹਦੇ ਨਾਲ ਅਫੀਲੀਏਟਡ ਨੇ, ਹੋਰ ਕਿਸੇ ਸੂਬੇ ਦੇ ਕਾਲਜ ਉਹਦੇ ਨਾਲ ਅਫੀਲੀਏਟਡ ਨਹੀਂ, ਯੂਟੀ ਤੋਂ ਪੰਜਾਬ ਤੋਂ ਬਿਨਾਂ ਜਿਹੜੇ ਉਹ ਨੇ। ਪੰਜਾਬ ਦਾ ਉਹ ਕਲੇਮ ਹੈ, ਪੰਜਾਬ ਉਹਨੂੰ ਨਹੀਂ ਛੱਡ ਸਕਦਾ। ਫਿਰ ਉਹ ਵਿਡਰਾ ਹੋਇਆ ਫੈਸਲਾ ਜੀ। ਕਿ ਨਹੀਂ ਅਸੀਂ ਇਹ ਨਹੀਂ ਕਰ ਸਕਦੇ। ਈਵਨ ਜਦੋਂ ਰਾਜੀਵ ਰਾਮਗੜ੍ਹ ਸਮਝੌਤਾ ਵੀ ਹੋਇਆ, ਪਾਰਲੀਮੈਂਟ ਨੇ ਸਹਿਮਤੀ ਦਿੱਤੀ, ਇੱਥੇ ਬੋਰਡ ਲੱਗੇ ਸੀ ਕਿ 26 ਜਨਵਰੀ ਨੂੰ ਜਿਹੜੇ ਇਹ ਮਤਲਬ ਚੰਡੀਗੜ੍ਹ ਟਰਾਂਸਫਰ ਹੋਣ ਜਾ ਰਿਹਾ ਹੈ ਜੀ। ਤੇ ਰਾਤੋਂ ਰਾਤ ਪਤਾ ਨਹੀਂ ਕੀ ਹੋਇਆ, ਉਹ 87 ਦੀ ਗੱਲ ਸੀ ਤੇ ਆ ਬਰਨਾਲਾ ਸਰਕਾਰ ਟੁੱਟ ਗਈ ਜੀ। ਕਿਉਂਕਿ ਹਰਿਆਣੇ 'ਚ ਇਲੈਕਸ਼ਨ ਸੀ ਤੇ ਉਹ ਮਾਮਲਾ ਉੱਥੇ ਦਾ ਉੱਥੇ ਫੇਰ ਖੜਾ ਹੈ। ਇਸੇ ਤਰ੍ਹਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਸੀ। ਕੰਦੂ ਖੇੜੇ ਦੇ ਵਿੱਚ ਬੜਾ ਮਜਮਾ ਲੱਗਿਆ ਸੀ ਉਸ ਜ਼ਮਾਨੇ ਦੇ ਵਿੱਚ ਕਿ ਕੰਦੂ ਖੇੜਾ ਕਰੂ ਨਵੇੜਾ, ਇਹ ਫੈਸਲਾ ਸੀ ਕਿਉਂਕਿ ਇੱਕ ਪਿੰਡ ਨੂੰ ਇਕਾਈ ਮੰਨ ਕੇ ਸੀ ਵੀ ਜਿਹੜਾ ਲਾਗਲਾ ਪਿੰਡ ਜੁੜਿਆ ਵੀ ਹੋਵੇ, ਜੇ ਉਹ ਪੰਜਾਬੀ ਆਪਦੇ ਆਪ ਕਹਿੰਦਾ ਮੈਂ ਉੱਧਰ ਜਾਣਾ ਤਾਂ ਉਹਦੇ ਪਿੰਡ ਸਾਰਾ ਉਹਦਾ ਇਲਾਕਾ ਇੱਧਰ ਭੇਜ ਦਿਓ, ਜੇ ਉਹ ਕਹਿੰਦਾ ਹਰਿਆਣੇ ਨਾਲ ਜਾਣਾ ਹਰਿਆਣੇ ਨਾਲ ਭੇਜ ਦਿਓ। ਇਹ ਇੱਕ ਉਸ ਲੈਵਲ ਦਾ ਮਾਹੌਲ ਜਿਹੜਾ ਚੱਲਿਆ ਸੀ। ਇਹ ਇੱਕ ਤਰਤੀਬ ਵਾਈਜ਼ ਇੱਕ ਡਿਜ਼ਾਈਨ ਵਾਈਜ਼ ਪਹਿਲਾਂ 370 ਤੋੜੀ, ਜੀ। ਇੱਕ ਸਟੇਟ ਡਿਊਟੀ ਬਣਾਇਆ ਤੇ ਹੁਣ ਹੌਲੀ ਹੌਲੀ ਪੰਜਾਬ ਵਰਗੇ ਸੂਬੇ ਜਿਹੜੇ ਡਾਇਨਾਮਿਕ ਸੂਬੇ ਨੇ ਉੱਥੇ ਵੀ ਹੋਰ ਜ਼ਿਆਦਾ ਸੱਟ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਰੀ ਜਾ ਰਹੀ ਹੈ। ਮੈਨੂੰ ਲੱਗਦਾ ਕਿ ਇਹ ਲੋਕਾਂ ਦੇ ਵਿੱਚ ਨਾਰਾਜ਼ਗੀ ਹੋਰ ਜ਼ਿਆਦਾ ਪੈਦਾ ਕਰੇਗਾ ਔਰ ਇਹਨਾਂ ਗੱਲਾਂ ਨੂੰ ਸੋਚਣ ਦਾ ਸਵਾਲ ਹੈ। ਇਦੋਂ ਪਹਿਲਾਂ BBMB ਦਾ ਕਰਕੇ ਹਟੇ ਨੇ। BBMB ਜਿਹਦੇ 'ਚ 51% ਬਿਜਲੀ ਪੰਜਾਬ ਦੀ ਹੈ ਹੁਣ ਵੀ, ਤੇ ਉਹਦੇ 'ਚ ਹੋਣਾ ਤਾਂ ਪੰਜਾਬ ਦਾ ਚੇਅਰਮੈਨ ਚਾਹੀਦਾ ਸੀ, ਤੁਸੀਂ ਮੈਂਬਰ ਵੀ ਉਹਦਾ ਨਹੀਂ ਬਣਾਉਣ ਲਈ ਤਿਆਰ ਹੋ। ਤਾਂ ਇਹ ਜ਼ਬਰਦਸਤੀ ਵਾਲੇ ਤਰੀਕੇ ਨੇ। ਜੀ। ਔਰ ਜਿਹੜੇ ਦਰਿਆਈ ਪਾਣੀਆਂ ਦੇ ਉੱਤੇ ਸਵਾਲ ਨੇ ਉਹਦੇ ਤੇ ਤੁਸੀਂ ਨਾਨ ਰਿਪੇਰੀਅਰ ਸਟੇਟਾਂ ਨੂੰ ਦੇ ਰਹੇ ਹੋ ਕੀ ਕਹਿ ਕੇ, ਕਿਉਂਕਿ ਕੇਂਦਰ ਕੰਟਰੋਲ ਕਰ ਗਿਆ ਸਾਰੇ ਹੈੱਡਵਰਕਸ ਤੇ ਇਹਦੇ ਤੇ 78 79 ਤੇ 80 ਜਿਹੜੀ ਉਹਦੀ ਧਾਰਾਵਾਂ ਨੇ ਪੰਜਾਬ ਪੁਨਰਗਠਨ ਐਕਟ ਦੀਆਂ, ਇਹਨਾਂ ਨੂੰ ਪੰਜਾਬ ਨੇ ਇੱਕ ਜ਼ਮਾਨੇ 'ਚ ਇਸੇ ਕਰਕੇ ਚੁਣੌਤੀ ਦਿੱਤੀ ਸੁਪਰੀਮ ਕੋਰਟ 'ਚ ਕਿ ਗੈਰ ਸੰਵਿਧਾਨਕ ਨੇ। ਸੰਵਿਧਾਨ ਕਹਿੰਦਾ ਕਿ ਸਾਡੇ ਰਿਪੇਰੀਅਨ ਪ੍ਰਿੰਸੀਪਲ ਲਾਗੂ ਹੋਏਗਾ, ਜੀ। ਦੂਜਾ ਨਹੀਂ ਹੋਏਗਾ। ਇਹ ਕਾਨੂੰਨ ਕਹਿੰਦਾ ਕਿ ਨਹੀਂ ਜੀ, ਜੋ ਇਹ ਕਹਿਣਗੇ ਇਹ ਲਾਗੂ ਹੋਏਗਾ। ਇਸ ਵੀ ਇਹਨਾਂ ਨੂੰ ਖਾਰਜ ਕਰੋ। ਡੈਮਾਂ 'ਤੇ ਪੰਜਾਬ ਦਾ ਕੰਟਰੋਲ ਕਿਵੇਂ ਹੋਵੇ ਤੇ ਇੱਧਰ ਕਿਵੇਂ ਹੋਵੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੇ ਕੁਐਸਚਨ ਨੇ ਫੈਡਰਲਿਜ਼ਮ ਦੇ ਸਵਾਲ ਦੇ ਉੱਤੇ। ਔਰ ਮੈਨੂੰ ਨਹੀਂ ਲੱਗਦਾ ਕਿ ਇਕੱਲਾ ਐਵੇਂ ਹੋਏਗਾ। ਆਵਾਜ਼ਾਂ ਉੱਠ ਰਹੀਆਂ ਨੇ, DMK ਦੇ ਉੱਧਰ ਵੀ ਉੱਠ ਰਹੀ ਹੈ, ਚਾਰ ਸਪੇਰੇ ਕਈ ਰਾਜਾਂ ਦੇ ਵਿੱਚ ਇਹ ਖੇਤਰੀ ਪਾਰਟੀਆਂ ਦੇ ਵਜੋਂ ਆਵਾਜ਼ਾਂ ਉੱਠ ਰਹੀਆਂ ਨੇ ਫੈਡਰਲਿਜ਼ਮ ਦੇ ਕੁਐਸਚਨ 'ਤੇ। ਔਰ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਨੇ ਵੀ ਇਹਦੇ ਸਟੈਂਡ ਲਿਆ। ਹੁਣ ਚੀਫ ਮਿਨਿਸਟਰ ਦੇ ਤੌਰ 'ਤੇ ਅੱਜ ਇੱਕ ਬਿਆਨ ਆਇਆ, ਮੇਰਾ ਖਿਆਲ ਹੈ ਫਾਈਨਾਂਸ ਮਿਨਿਸਟਰ ਦਾ ਵੀ, ਹੋਰਾਂ ਦੇ ਵੀ ਆ ਰਹੇ ਨੇ ਬਿਆਨ ਮਤਲਬ, ਤੇ ਸਾਰੀਆਂ ਪਾਰਟੀਆਂ ਨੂੰ ਬੋਲਣਾ ਪਏਗਾ ਔਰ ਬੋਲਣਗੀਆਂ ਤੇ ਅੱਗੇ ਜੱਦੋ-ਜਹਿਦ ਵੀ ਕਰਨੀ ਪਏਗੀ। ਬਿਨਾਂ ਕਿਸੇ ਦੇ ਰਾਏ ਮਸ਼ਵਰੇ ਦੇ ਤੁਸੀਂ ਕਿਸੇ ਦੇ ਘਰ 'ਚ ਜਾ ਕੇ ਵੜ ਜਾਓ ਤੇ ਉਹਦੇ 'ਤੇ ਕਿਰਾਏ 'ਤੇ ਆ ਰਹੇ ਹੋ, ਤੁਸੀਂ ਮਾਲਕ ਬਣ ਕੇ ਬਹਿ ਜਾਓ, ਤੇ ਇਹ ਬੜਾ ਖਤਰਨਾਕ ਰੁਝਾਨ ਹੁੰਦਾ। ਇਹ ਟਕਰਾਅ ਨੂੰ ਜਨਮ ਦਿੰਦਾ। ਜੀ। ਹਮੀਰ ਜੀ, ਇਹਦੇ ਨਾਲ ਹੀ ਗੱਲ ਕਰੀਏ, ਅੱਜ ਤੋਂ ਦੇਸ਼ ਭਰ ਦੇ ਵਿੱਚ 2 ਦਿਨਾਂ ਹੜਤਾਲ ਸ਼ੁਰੂ ਹੋ ਚੁੱਕੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਹੜਤਾਲ ਦੇ ਪਿੱਛੇ ਕਾਰਨ ਕੀ ਨੇ, ਇਹ ਹੜਤਾਲ ਕਿਹਨਾਂ ਵੱਲੋਂ ਕੀਤੀ ਗਈ ਹੈ ਤੇ ਇਹ ਕਦੋਂ ਤੱਕ ਜਾਰੀ ਰਹੇਗੀ? ਇਹ ਹੜਤਾਲ ਅਸਲ 'ਚ ਕੇਂਦਰ ਸਰਕਾਰ ਦੀਆਂ ਤੇ ਜਿਹੜੀਆਂ ਓਵਰਆਲ ਪਾਲਿਸੀਆਂ ਨੇ, ਜਿਹੜੀਆਂ ਪਾਲਿਸੀਆਂ ਉਹ ਕਹਿੰਦੇ ਨੇ ਕਿਰਤੀ ਵਿਰੋਧੀ ਨੇ, ਕਿਸਾਨ ਵਿਰੋਧੀ ਨੇ, ਛੋਟੇ ਦੁਕਾਨਦਾਰ ਵਪਾਰੀ ਵਿਰੋਧੀ ਨੇ, ਆਮ ਬੰਦਿਆਂ ਦੇ ਖਿਲਾਫ ਨੇ। ਇਹਨੂੰ ਉਹ ਲੈਂਦੇ ਨੇ ਕਿ ਇੱਕ ਤਾਂ ਪ੍ਰਾਈਵੇਟਾਈਜੇਸ਼ਨ ਹੈ, ਜਿਹੜੀ ਨਿੱਜੀਕਰਨ ਹੈ। ਤੁਸੀਂ ਬੜੇ ਵੱਡੇ ਇਹੋ ਜਿਹੇ ਅਦਾਰੇ ਵੇਚਣ ਜਾ ਰਹੇ ਹੋ, ਦੇਸ਼ ਦੇ ਲਗਾਤਾਰ ਵੇਚ ਰਹੇ ਹੋ, ਜਿਹੜੇ ਅਦਾਰੇ ਲਾਭ ਦੇ ਵਿੱਚ ਵੀ ਨੇ, ਪ੍ਰੋਫਿਟ ਦੇ ਵਿੱਚ ਵੀ ਨੇ, ਜਿਹੜੇ ਸਰਕਾਰ ਮਤਲਬ ਫਾਇਦਾ ਵੀ ਦਿੰਦੇ ਨੇ, ਨੌਕਰੀਆਂ ਵੀ ਦਿੰਦੇ ਨੇ ਤੇ ਨਾਲ ਨਾਲ ਲੋਕਾਂ ਨੂੰ ਸੇਵਾਵਾਂ ਵੀ ਪ੍ਰਦਾਨ ਕਰਦੇ ਨੇ ਵਧੀਆ। ਔਰ ਉਹਦੇ ਤੇ ਇਨਫਰਾਸਟ੍ਰਕਚਰ ਤੇ ਜਿੰਨੇ ਤੁਸੀਂ ਪੈਸੇ ਖਰਚ ਕੀਤੇ ਨੇ ਉਹ ਕੌਡੀਆਂ ਦੇ ਭਾਅ ਤੁਸੀਂ ਵੇਚ ਰਹੇ ਹੋ ਬੜੇ ਵੱਡੇ ਪੱਧਰ ਤੇ ਪ੍ਰਾਈਵੇਟਾਈਜੇਸ਼ਨ ਦਾ। ਇੱਕ ਤਾਂ ਇਹ ਬੜਾ ਵੱਡਾ ਸਵਾਲ ਹੈ। ਦੂਜਾ ਸਵਾਲ ਇਹ ਹੈ ਕਿ ਨਿੱਜੀਕਰਨ ਦੇ ਨਾਲ ਨਾਲ ਇਹਦੇ 'ਚ ਤੁਸੀਂ ਲਿਬਰਲਿਜ਼ਮ ਦਾ ਜਿਹੜੀ ਗੱਲ ਕਰ ਰਹੇ ਹੋ, ਜਿਹੜੀ ਉਹ ਉਦਾਰਵਾਦੀ ਨੀਤੀ ਹੈ, ਜਿਹਦੇ 'ਚ ਜਿਹਨੂੰ ਮਰਜ਼ੀ ਜਿੰਨਾ ਮਰਜ਼ੀ ਲੁੱਟਣ ਦੀ ਕੋਈ ਉਹਦੇ 'ਤੇ ਬੰਦਸ਼ ਨਹੀਂ, ਕੋਈ ਰੈਗੂਲੇਸ਼ਨ ਨਹੀਂ, ਜਿੰਨਾ ਮਰਜ਼ੀ ਮੁਨਾਫਾ ਕਮਾ ਲੇ, ਕੋਈ ਚੈੱਕ ਨਹੀਂ। ਤੇ ਇਹਨੇ ਗਰੀਬੀ ਤੇ ਅਮੀਰੀ ਦਾ ਪਾੜਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਹਦੇ ਨਾਲ। ਤੇ ਕੁਝ ਲੋਕ ਸਾਰੀ ਦੌਲਤ ਲੁੱਟਣ ਕੇ ਲਿਜਾ ਰਹੇ ਨੇ ਜਾਂ ਇਕੱਠੀ ਕਰ ਰਹੇ ਨੇ, ਦੂਜੇ ਲੋਕਾਂ ਦੀ ਹਿੱਸੇਦਾਰੀ ਜਿਹੜੀ ਉਹਦੇ 'ਚ ਬੜੀ ਲਗਾਤਾਰ ਘਟ ਰਹੀ ਹੈ। ਇਹ ਉਹਦੇ 'ਚ ਬੜਾ ਵੱਡਾ ਸਵਾਲ ਹੈ। ਜਿੰਨੀਆਂ ਵੀ ਟ੍ਰੇਡ ਯੂਨੀਅਨਾਂ ਦੇ ਦੇਸ਼ ਪੱਧਰ 'ਤੇ ਬਹੁ ਗਿਣਤੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਸੈਂਟਰਲ ਲੈਵਲ ਦਾ ਫੋਰਮ ਬਣਿਆ ਹੋਇਆ, ਉਹਨੇ ਇਹ ਸੱਦਾ ਦਿੱਤਾ ਕਿ ਇਹਨੇ ਸਾਰੇ ਮੁੱਦਿਆਂ 'ਤੇ ਗੌਰਮੈਂਟ ਦੀਆਂ ਟੋਟਲ ਪਾਲਿਸੀਆਂ ਦੇ ਵਿਰੋਧ ਦੇ ਵਿੱਚ ਮਤਲਬ ਇੱਕ ਆਵਾਜ਼ ਉਠਾਉਣ ਦਾ ਸਵਾਲ ਹੈ। ਕਾਫੀ ਲੰਮਾ ਪਹਿਲਾਂ ਉਹਨਾਂ ਨੇ ਇੱਕ ਸੱਦਾ ਦਿੱਤਾ ਹੋਇਆ ਸੀ ਕਿ ਅਸੀਂ ਇਹਦੇ 'ਤੇ ਲਗਾਤਾਰ ਵਿਰੋਧ ਕਰਾਂਗੇ, ਪਰ ਗੌਰਮੈਂਟ ਦੀਆਂ ਪਾਲਿਸੀਆਂ ਫਿਲਹਾਲ ਵੀ ਮਤਲਬ ਗੌਰਮੈਂਟ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ। ਨਹੀਂ ਤਾਂ ਜੇਕਰ ਥੋੜ੍ਹੀ ਜਿਹੀ ਵੀ ਸੁਹਿਰਦਤਾ ਹੋਵੇ ਤਾਂ ਇੰਨੇ ਕਰੋੜਾਂ ਬੰਦਿਆਂ ਦੀ ਹੜਤਾਲ ਹੋਣੀ ਹੈ, ਜਿਹਦੇ 'ਚ ਬੈਂਕ ਐਮਪਲਾਈਜ਼ ਐਸੋਸੀਏਸ਼ਨ ਵੀ ਸ਼ਾਮਲ ਹੈ। ਟੋਟਲ ਬੈਂਕਿੰਗ ਸਿਸਟਮ ਖਾਸ ਤੌਰ 'ਤੇ ਸਰਕਾਰੀ ਧਿਰ ਦਾ
ਜਿਹੜਾ ਉਹ ਜਾਮ ਹੋ ਜਾਂਦਾ ਹੈ 2 ਦਿਨ ਲਈ, ਕਿੰਨੇ ਦਾ ਕਾਰੋਬਾਰ ਠੱਪ ਹੁੰਦਾ ਹੈ, ਔਰ ਕਿੰਨੀ ਟਰਾਂਸਪੋਰਟ ਅੱਜ ਕੱਲ੍ਹ 2 ਦਿਨ ਦੀ ਹੜਤਾਲ 'ਤੇ ਜਿਹੜਾ ਠੱਪ ਹੋਏਗੀ, ਇਹਦੇ 'ਚ ਪੈਸੇ ਦੇ ਰੂਪ ਦੇ ਵਿੱਚ ਵੀ ਘਾਟਾ ਪਊਗਾ ਹੀ, ਅਤੇ ਲੋਕਾਂ ਦੀ ਪਰੇਸ਼ਾਨੀ ਵੀ ਜਿਹੜੀ ਵਧੂਗੀ। ਪਰ ਲੋਕ ਜਹਿਦ ਉਦੋਂ ਕਰਦੇ ਨੇ ਜਦੋਂ ਪਰੇਸ਼ਾਨੀ ਉਹਨਾਂ ਦੀ ਬੰਦ ਕਰਨ ਨਾਲੋਂ ਵੀ ਜ਼ਿਆਦਾ ਵੱਧ ਰਹੀ ਹੁੰਦੀ ਹੈ ਉਸ ਤਰੀਕੇ ਦੇ ਨਾਲ। ਇਸ ਲਈ ਇਹ ਜਿਹੜੀ ਪਰੇਸ਼ਾਨੀ ਹੈ ਇਹ ਓਵਰਆਲ ਦੇਸ਼ ਦੇ ਲੋਕਾਂ ਦੀ ਹੈ। ਜੇ ਡੈਮੋਕ੍ਰੇਸੀ ਇਹਨੂੰ ਕਿਹਾ ਜਾਂਦਾ ਹੈ, ਜਮਹੂਰੀਅਤ ਇਹਨੂੰ ਕਿਹਾ ਜਾਂਦਾ, ਤਾਂ ਜਮਹੂਰੀਅਤ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਤਾਂ ਸੁਣ ਕੇ ਉਹਦੇ ਮੁਤਾਬਕ ਪਾਲਿਸੀਆਂ ਦੇ ਵਿੱਚ ਤਬਦੀਲੀ ਦੀ ਵੀ ਲੋੜ ਪੈਂਦੀ ਹੈ। ਔਰ ਸਰਕਾਰ ਨੂੰ ਇਸ ਵੱਡੀ ਹੜਤਾਲ ਦਾ ਨੋਟਿਸ ਲੈਣਾ ਚਾਹੀਦਾ, ਨੋਟਿਸ ਲੈ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਔਰ ਜਿਹੜੇ ਸਾਡੇ ਇਤਿਹਾਸਕ ਤੌਰ ਦੇ ਉੱਤੇ ਸਾਡਾ ਵਿਰਸਾ ਸੀ, ਜਿਹੜਾ ਕਿਰਤ ਦੀ ਵੈਲਿਊ ਸੀ, ਕਿ ਕਿਰਤੀ ਦਾ ਸਨਮਾਨ ਸੀ, ਕਿਰਤੀ ਨੂੰ ਉਦੋਂ ਬਣਦਾ ਜਿਹੜਾ ਇਹ ਕਹਿ ਰਹੇ ਸੀ ਕਿ ਮਤਲਬ ਸੰਵਿਧਾਨਕ ਡਿਬੇਟ ਦੇ ਦੌਰਾਨ ਵੀ ਆਇਆ, ਡਾਕਟਰ ਅੰਬੇਦਕਰ ਵੀ ਕਹਿ ਰਹੇ ਸੀ ਕਿ ਪਸੀਨਾ ਸੁੱਕਣ ਤੋਂ ਪਹਿਲਾਂ ਜਿਹੜਾ ਕਿਰਤੀ ਆ ਉਹਨੂੰ ਉਹਦਾ ਪੈਸਾ ਮਿਲ ਜਾਣਾ ਚਾਹੀਦਾ, ਦਿਹਾੜੀ ਦਾ ਪੈਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਤੇ ਹੁਣ ਉਹ ਕਹਿੰਦੇ ਕਿਰਤੀ ਉਹ ਖਤਮ ਕਰ ਦੇਣਾ, ਉਹਦੀ ਸਾਨੂੰ ਲੋੜ ਹੀ ਨਹੀਂ, ਸਾਡੇ ਕੋਲ ਟੈਕਨੋਲੋਜੀ ਇੰਨੀ ਆ, ਉਹਦੇ ਲਿਹਾਜ਼ ਨਾਲ ਕੰਮ ਕਰਾਂਗੇ ਆਪਾਂ, ਲੋੜ ਹੀ ਨਹੀਂ ਤੁਹਾਡੀ ਸਾਨੂੰ। ਅਤੇ ਕਿਰਤ ਦੀ ਤੋਹੀਨ ਜਿਹੜੀ ਉਸ ਪੱਧਰ ਦੇ ਉੱਤੇ ਹੋ ਰਹੀ ਹੈ, ਇਹ ਸਭ ਤੋਂ ਬੜਾ ਸਵਾਲ ਹੈ। ਇਹ ਕਿਰਤ ਅਤੇ ਪੂੰਜੀ ਦੇ ਟਕਰਾਅ ਦੇ ਵੀ ਕੁਐਸਚਨ ਵਿੱਚ ਲਿਆਂਦਾ ਜਾ ਰਿਹਾ, ਕਿ ਟਕਰਾਅ ਨਹੀਂ, ਕਈ ਵਾਰ ਸਿਮਿਲਰ ਵੀ ਬਣ ਸਕਦੇ ਨੇ। ਜੇ ਕਿਰਤ ਦੀ ਵੈਲਿਊ ਬੜੇ ਵੱਡੇ ਪੱਧਰ 'ਤੇ ਤੁਸੀਂ ਕਹੋ ਕਿ ਹਾਂ ਕਿਰਤੀ ਦਾ ਸਨਮਾਨ ਵੀ ਹੋਏਗਾ, ਉਹਨੂੰ ਬਣਦਾ ਹਿੱਸਾ ਵੀ ਮਿਲੇਗਾ, ਅਤੇ ਇੱਕ ਹਿੱਸਾ ਦੂਜੇ ਨੂੰ ਬੰਦੇ ਨੂੰ ਵੀ ਮਿਲੇਗਾ ਜਿਹੜਾ ਪੂੰਜੀ ਲਾਊਗਾ ਜਾਂ ਬਾਕੀ ਦੀਆਂ ਚੀਜ਼ਾਂ ਕਰੇਗਾ। ਅਤੇ ਜਦੋਂ ਸਾਰਾ ਕੁਝ ਹੀ ਪੂੰਜੀ ਦੇ ਹੱਕ 'ਚ ਚਲਾ ਜਾਂਦਾ ਪੈਸੇ ਦੇ ਤੌਰ 'ਤੇ, ਅਤੇ ਕਿਰਤੀ ਦੇ ਖਿਲਾਫ ਚਲਾ ਜਾਂਦਾ, ਤਾਂ ਦੋ ਧਾਰੀ ਇੱਕ ਜਿਹੜੀ ਡਿਬੇਟ ਹੈ ਜਾਂ ਇੱਕ ਟਕਰਾਅ ਇਹ ਪੈਦਾ ਹੋਣਾ ਸੁਭਾਵਿਕ ਹੈ। ਔਰ ਇਸ ਕਰਕੇ ਇਹ ਹੜਤਾਲ ਇੱਕ ਵਿਚਾਰਕ ਲੜਾਈ ਦਾ ਰਾਹ ਖੋਲ੍ਹਦੀ ਹੈ, ਵਿਚਾਰਧਾਰਕ ਲੜਾਈ ਦਾ, ਕਿ ਕੀ ਤੁਸੀਂ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਹੀ ਅੱਗੇ ਵਧਾਉਣਾ ਹੈ, ਅੱਧੇ ਲੋਕਾਂ ਨੂੰ ਭੁੱਖੇ ਮਾਰਨਾ, ਵਾਤਾਵਰਨ ਖਰਾਬ ਕਰਨਾ, ਪ੍ਰਾਈਵੇਟਾਈਜੇਸ਼ਨ ਲਿਆ ਕੇ ਲੋਕਾਂ ਦੀ ਸਿਹਤ, ਲੋਕਾਂ ਦੀ ਵਿੱਦਿਆ, ਲੋਕਾਂ ਦਾ ਰੁਜ਼ਗਾਰ ਖੋਹਣਾ, ਜਾਂ ਉਹਦੇ 'ਚ ਤਬਦੀਲੀ ਕਰਕੇ ਲੋਕ ਪੱਖੀ ਜਿਹੜੀ ਇੱਕ ਰੁਝਾਨ ਪੈਦਾ ਕਰਨਾ। ਇਹ ਮੈਸੇਜ ਹੈ ਇਸ ਹੜਤਾਲ ਦਾ 2 ਦਿਨ ਦੀ। ਜੀ ਹਮੀਰ ਜੀ, ਅੱਜ ਪੰਜਾਬ ਦੇ ਕੈਬਨਿਟ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ 26 ਜੂਨ ਨੂੰ ਸੂਬੇ ਭਰ ਦੇ ਵਿੱਚ ਗ੍ਰਾਮ ਸਭਾਵਾਂ ਜਿਹੜੀਆਂ ਉਹ ਬੁਲਾਈਆਂ ਜਾਣ। ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਕੀ ਕਾਰਨ ਨੇ, ਅਤੇ ਉਹਨਾਂ ਦੇ ਇਸ ਐਲਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਕਿ ਬਿਆਨ ਤਾਂ ਸਵਾਗਤਯੋਗ ਕਿਹਾ ਜਾ ਸਕਦਾ, ਕਿ ਕਿਸੇ ਮਿਨਿਸਟਰ ਨੇ ਘੱਟੋ ਘੱਟ ਇਹ ਕਿਹਾ ਕਿ ਗ੍ਰਾਮ ਸਭਾ ਕੋਈ ਚੀਜ਼ ਹੈ ਅਤੇ ਇਹਨੂੰ ਬੁਲਾਉਣਾ ਚਾਹੀਦਾ, ਇਹਨੂੰ ਸਰਗਰਮ ਕਰਨਾ ਚਾਹੀਦਾ। ਪਰ ਸਵਾਲ ਇਹ ਹੈ ਕਿ ਇਹਦੇ 'ਤੇ ਹੋਰ ਥੋੜ੍ਹੀ ਉਹਨਾਂ ਨੂੰ ਮਤਲਬ ਅਧਿਐਨ ਕਰਨ ਦੀ ਵੀ ਲੋੜ ਹੈ, ਕਾਨੂੰਨੀ ਪਹਿਲੂ ਵੀ, ਸੰਵਿਧਾਨਕ ਪਹਿਲੂ ਵੀ, ਅਤੇ ਇੱਕ ਪ੍ਰੈਕਟਿਸ ਦੇ ਵੀ। ਪੰਜਾਬ ਪੰਚਾਇਤੀ ਰਾਜ ਕਾਨੂੰਨ ਇਹ ਕਹਿੰਦਾ ਹੈ ਕਿ ਜੂਨ ਦਾ ਟੋਟਲ ਪੂਰਾ ਮਹੀਨਾ ਅਤੇ ਦਸੰਬਰ ਦਾ ਮਹੀਨਾ, ਮਤਲਬ ਹਾੜੀ ਅਤੇ ਸਾਉਣੀ 2 ਮਹੀਨੇ ਨੇ ਜਿਨ੍ਹਾਂ ਦੇ ਦੌਰਾਨ ਗ੍ਰਾਮ ਸਭਾ ਦੇ ਆਮ ਇਜਲਾਸ ਬੁਲਾਉਣੇ ਲਾਜ਼ਮੀ ਨੇ। ਜਿਹੜਾ ਸਰਪੰਚ ਦੋਨੋਂ ਮਹੀਨਿਆਂ ਦੇ ਵਿੱਚ ਇਹ ਇਜਲਾਸ ਨਹੀਂ ਬੁਲਾਉਂਦਾ, ਉਹ ਦੂਜੇ ਮਹੀਨੇ ਦੀ ਆਖਰੀ ਤਰੀਕ ਨੂੰ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ। ਅਤੇ ਜੇਕਰ ਇਹ ਟੋਟਲ ਸਿਸਟਮ ਕਿਸੇ ਇੱਕ ਦਿਨ ਰਸਮ ਪੂਰੀ ਕਰਨ, ਗ੍ਰਾਮ ਸਭਾ ਰਸਮ ਪੂਰੀ ਕਰਨ ਦਾ ਨਾਮ ਨਹੀਂ, ਇੱਕ ਜੀਵਨ ਜਾਂਚ ਹੈ। ਇਹ ਜਮਹੂਰੀਅਤ ਦੀ ਇੱਕ ਬਾਡੀ ਹੈ, ਜਮਹੂਰੀਅਤ ਵੀ ਜੀਵਨ ਜਾਂਚ ਹੈ, ਇਕੱਲਾ ਇੱਕ ਦਿਨ ਦੇ ਵੋਟ ਦਾ ਸਵਾਲ ਨਹੀਂ, ਇੱਕ ਦਿਨ ਦੀ ਕਹਿਣੀ ਦਾ ਸਵਾਲ ਨਹੀਂ। ਜਮਹੂਰੀਅਤ ਦਾ ਮਤਲਬ ਹੈ ਕਿ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਕਿਹੋ ਜਿਹੀ ਅਪਰੋਚ ਰੱਖਦੇ ਹੋ, ਦੂਜਿਆਂ ਦੀ ਸੁਣਦੇ ਹੋ ਜਾਂ ਨਹੀਂ ਸੁਣਦੇ, ਆਪਸੀ ਸਹਿਮਤੀ ਨਾਲ ਫੈਸਲੇ ਲੈਂਦੇ ਹੋ ਜਾਂ ਨਹੀਂ ਲੈਂਦੇ, ਉਹਨਾਂ ਫੈਸਲਿਆਂ ਦੇ ਵਿੱਚ ਆਮ ਸਧਾਰਨ ਲੋਕਾਂ ਦਾ ਹੱਕ ਹੈ ਜਾਂ ਨਹੀਂ ਹੈ। ਜਮਹੂਰੀਅਤ ਉਹ ਇੱਕ ਵੇ ਆਫ ਲਾਈਫ ਹੈ ਜਿਹੜਾ ਉੱਧਰ ਨੂੰ ਚੱਲਦਾ। ਇੱਕ ਉਹਦੇ ਮੁਕਾਬਲੇ ਅਥੋਰਿਟੇਰੀਅਨ ਹੈ ਕਿ ਉੱਪਰ ਪਾਵਰਫੁਲ ਬੰਦਾ ਆਪਣਾ ਆਰਡਰ ਕਰਦਾ, ਆਰਡਰ ਦੇ ਮੁਤਾਬਕ ਸਾਰਾ ਕੁਝ ਹੋ ਰਿਹਾ। ਇਹ 2 ਅਲੱਗ-ਅਲੱਗ ਚੀਜ਼ਾਂ ਨੇ। ਜਮਹੂਰੀਅਤ ਦੇ ਮੁਤਾਬਕ ਪਿੰਡਾਂ ਦੇ ਵਿੱਚ ਪਿੰਡ ਦੀ ਬੁਨਿਆਦੀ ਸੰਸਥਾ ਗ੍ਰਾਮ ਸਭਾ ਹੈ, ਜਿਹਦੀ ਨਾ ਚੋਣ ਹੋਣੀ ਹੈ ਅਤੇ ਨਾ ਕਿਤੇ ਨਵੀਂ ਬਣਾਉਣੀ ਹੈ। ਗ੍ਰਾਮ ਸਭਾ ਜਿਹਦੇ ਆਪਦੇ ਆਪ ਹੀ ਜਿਹੜੇ ਵੋਟਰ ਨੇ ਉਹ ਮੈਂਬਰ ਹੁੰਦੇ ਨੇ, ਪੱਕੇ ਮੈਂਬਰ ਨੇ। ਅਤੇ ਜੇ ਸਰਪੰਚ ਨਹੀਂ ਬਣਾਉਂਦਾ ਤਾਂ 20% ਵੋਟਰ ਦਸਤਖਤ ਕਰਕੇ ਅੰਗੂਠੇ ਲਗਾ ਕੇ ਕਿਸੇ ਵੀ ਮੁੱਦੇ 'ਤੇ ਵਿਸ਼ੇਸ਼ ਇਜਲਾਸ ਬੁਲਾ ਸਕਦੇ ਨੇ। BDO ਨੂੰ ਮਹੀਨੇ ਦੇ ਅੰਦਰ ਅੰਦਰ ਉਹ ਇਜਲਾਸ ਸੱਦਣਾ ਪਏਗਾ। ਸਰਪੰਚ ਉਹਦੇ 'ਚ ਆਉਂਦਾ ਤਾਂ ਠੀਕ ਹੈ, ਨਹੀਂ ਸਰਪੰਚ ਆਉਂਦਾ ਕਿਸੇ ਨੂੰ ਵੀ ਮੈਂਬਰ ਨੂੰ ਉੱਥੇ ਉਹ ਚੇਅਰਮੈਨ ਬਣਾ ਕੇ ਮੌਕੇ 'ਤੇ ਇਜਲਾਸ 'ਚ ਆਪਣੇ ਫੈਸਲੇ ਲੈ ਸਕਦੇ ਨੇ। ਇਸ ਪਾਸੇ ਵੱਲ ਜੇਕਰ ਡੈਮੋਕ੍ਰੇਸੀ ਸਾਡੀ ਤੁਰਦੀ ਹੈ ਪ੍ਰੈਕਟੀਕਲੀ। ਬਾਕੀ ਇਹਦੇ ਨਾਲ ਹੀ ਜੁੜਿਆ ਹੋਇਆ ਦੂਜਾ ਪਹਿਲੂ ਹੈ 73ਵੀਂ ਸੰਵਿਧਾਨਕ ਸੋਧ 24 ਅਪ੍ਰੈਲ ਆ ਰਹੀ ਹੈ, ਹੁਣੇ ਅਪ੍ਰੈਲ 1993, 24 ਅਪ੍ਰੈਲ। ਉਹਦੇ ਮੌਕੇ ਦੇ ਉੱਤੇ ਵੀ ਕੁਛ ਕੀਤਾ ਜਾ ਸਕਦਾ ਹੈ। ਉਹਦੇ ਮੌਕੇ ਦੇ ਉੱਤੇ ਇਹ ਮਤਲਬ ਜਿਹੜੇ 29 ਡਿਪਾਰਟਮੈਂਟ ਨੇ ਪਿੰਡਾਂ ਨਾਲ ਜੁੜੇ ਹੋਏ, ਉਹਨਾਂ ਡਿਪਾਰਟਮੈਂਟਾਂ ਨਾਲ ਜੁੜਿਆ ਪੈਸਾ ਹੈ, ਉਹਨਾਂ ਪੈਸੇ ਦੇ ਨਾਲ ਜੁੜੇ ਹੋਏ ਕਰਮਚਾਰੀ ਨੇ, ਉਹ ਸਾਰੇ ਦੇ ਸਾਰੇ ਟਰਾਂਸਫਰ ਹੋਣੇ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ। ਹੁਣ ਤੱਕ ਤਾਂ ਪਾਰਟੀਆਂ ਨੇ ਨਹੀਂ ਕੀਤਾ। ਜੇ ਇਹ ਕਰਦੇ, ਇਹਨਾਂ ਨੇ ਇਹਦੇ 'ਚ ਫਰਕ ਕੁਝ ਨਹੀਂ ਪੈਣਾ। ਨਵਾਂ ਪੈਸਾ ਇਹਦੇ 'ਚ ਸ਼ਾਮਲ ਨਹੀਂ, ਕਿ ਨਵਾਂ ਕਿੱਥੋਂ ਆਊਗਾ।
ਇਹ ਸਾਰੀਆਂ ਗੱਲਾਂ ਪ੍ਰਸ਼ਾਸਨਿਕ ਸੁਧਾਰਾਂ ਦਾ ਐਂਗਲ ਹੈ। ਇੱਕ ਨਾ ਇਹਦੇ 'ਚ ਗ੍ਰਾਮ ਸਭਾ ਬਣਾਉਣ ਨਾਲ ਕੋਈ ਪੈਸਾ ਖਰਚ ਹੁੰਦਾ, ਨਾ ਉਹ ਟਰਾਂਸਫਰ ਕਰਨ ਨਾਲ ਪਾਵਰ 'ਚ ਪੈਸਾ। ਔਰ ਕਰਨਾਟਕ ਤੋਂ ਸਿੱਖਣਾ ਚਾਹੀਦਾ, 40% ਬਜਟ ਸਿੱਧਾ ਉਹਨਾਂ ਸੰਸਥਾਵਾਂ ਦੇ ਹਵਾਲੇ ਜਾਂਦਾ। ਕੇਰਲਾ ਤੋਂ ਸਿੱਖਣਾ ਚਾਹੀਦਾ, 23% ਬਜਟ, ਉਹਨਾਂ ਦੀ ਵੀ ਸਟੱਡੀ ਕਰਨੀ ਚਾਹੀਦੀ ਹੈ। ਉਹ ਜੇਕਰ ਹੋਣ ਤਾਂ ਪਿੰਡਾਂ 'ਚ ਮਨਰੇਗਾ ਦੇ ਤਹਿਤ ਲੱਖਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ। ਕਿੰਨੀਆਂ ਚੀਜ਼ਾਂ ਹੋਰ ਹੋ ਸਕਦੀਆਂ ਨੇ ਜਿਹਦਾ ਪੈਸਾ ਕੇਂਦਰ ਤੋਂ ਆਪਣੇ ਆਪ ਆਉਣਾ ਹੈ। ਇਸ ਲਈ ਕੁਝ ਇਹੋ ਜਿਹੇ ਨੁਕਤੇ ਨੇ, ਇਹੋ ਜਿਹੇ ਕੰਮ ਨੇ ਜਿਹਦੇ 'ਚ ਬਹੁਤਾ ਪੈਸਾ ਨਹੀਂ ਚਾਹੀਦਾ, ਉਸੇ ਪੈਸੇ ਦੇ ਨਾਲ ਵੱਡੀ ਭੂਮਿਕਾ ਨਿਭਾਈ ਜਾ ਸਕਦੀ ਹੈ। ਪਰ ਉਹਦੇ 'ਤੇ ਪਹਿਲਾਂ ਮੰਤਰੀਆਂ ਨੂੰ, ਅਧਿਕਾਰੀਆਂ ਨੂੰ ਆਪਣਾ ਮਨ ਬਣਾਉਣਾ ਪਏਗਾ, ਫਿਰ ਲੋਕਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਉਣੀ ਪਏਗੀ। ਕਿਉਂਕਿ ਜੇ ਲੋਕ ਜਾਗਰੂਕ ਨਹੀਂ ਹੋਣਗੇ, ਇਕੱਲਾ ਇੱਕ ਦਿਨ ਗ੍ਰਾਮ ਸਭਾ ਹੋ ਵੀ ਜਾਊਗੀ, ਉੱਠ ਕੇ ਚਲੇ ਜਾਣਗੇ, ਉਹਦਾ ਫਾਇਦਾ ਨਹੀਂ। ਉਹ ਬੰਦੇ ਨੂੰ ਇਹ ਪਤਾ ਵੀ ਹੋਣਾ ਚਾਹੀਦਾ ਕਿ ਮੇਰਾ ਜਿਹੜਾ ਹੱਕ ਹੈ ਮੈਂ ਇਹਦੀ ਵਰਤੋਂ ਕਿਵੇਂ ਕਰਨੀ ਹੈ। ਉਹਦੇ ਵਾਸਤੇ ਇੱਕ ਟ੍ਰੇਨਿੰਗਾਂ ਵੀ ਹੋ ਸਕਦੀਆਂ ਨੇ, ਉਹਦੇ ਵਾਸਤੇ ਜਾਗਰੂਕ ਰੈਲੀਆਂ, ਜਾਗਰੂਕ ਮਾਰਚ, ਡਿਫਰੈਂਟ ਟਾਈਪ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਫਿਰ ਸ਼ਾਇਦ ਪੰਚਾਇਤੀ ਰਾਜ ਤੋਂ ਲੋਕ ਨਿਰਾਸ਼ ਨਾ ਹੋਣ। ਜਿਹੜਾ ਹੁਣ ਲੱਗਦਾ ਨਾ ਕਿ ਸਰਪੰਚ ਇਕੱਲਾ ਹੀ ਵੀਡੀਓ ਤੇ ਪੰਚਾਇਤ ਸੈਕਟਰੀ ਉਹਨੂੰ ਭਜਾਈ ਫਿਰਦੇ ਨੇ, ਉਹ ਜਿਵੇਂ ਮਰਜ਼ੀ ਕੰਮ ਕਰਾਉਂਦੇ ਨੇ। ਪੰਚਾਇਤ ਦਾ ਜਿਹੜਾ ਰਜਿਸਟਰ ਨੇ ਪੰਚਾਇਤ ਸੈਕਟਰੀ ਦੇ ਝੋਲੇ 'ਚ ਰਹਿੰਦਾ ਜੀ। ਤੇ ਇਹਦੀ ਬਜਾਏ ਕਿ ਉਹ ਦਫ਼ਤਰਾਂ 'ਚ ਬੈਠਣ, ਦਫ਼ਤਰ 'ਚ ਬੈਠ ਕੇ ਕੰਮ ਹੋਵੇ, ਕਿਸ ਤਰੀਕੇ ਨਾਲ ਹੋ ਸਕਦਾ, ਇਹ ਬਦਲਾਅ ਦੀ ਲੋੜ ਹੈ। ਪਰ ਫਿਰ ਵੀ ਬਿਆਨ ਹੈ ਉੱਧਰ ਨੂੰ ਧਿਆਨ ਗਿਆ, ਤੇ ਧਿਆਨ ਸ਼ਾਇਦ ਜੇ ਜਾਂਦਾ ਰਹੇਗਾ ਤਾਂ ਅੱਗੇ ਪਰਤਾਂ ਥੋੜ੍ਹੀਆਂ ਬਹੁਤ ਹੋਰ ਵੀ ਖੁੱਲ੍ਹਦੀਆਂ ਰਹਿਣਗੀਆਂ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।